ਲੱਖਾ ਸਧਾਣਾ ਦੀ ਗੱਲ ਕਰੋ ਤਾਂ ਪਿਛੋਕੜ ਦੇਖਦੇ ਆ ਲੋਕੀ। ਕਹਿੰਦੇ ਵੀ ਆੜਤੀ ਐਸੋਸੀਏਸ਼ਨ ਨੇ ਲੱਖਾ ਸਿੰਘ ਸਧਾਣਾ ਨੂੰ ਸਮਰਥਨ ਕਰਤਾ। ਗਏ ਚਾਹ ਪੀਣੀ ਆ ਜੀ ਤੇ ਚਾਹ ਪੀਣ ਦੇ ਬਹਾਨੇ ਤੁਰ ਜਾਂਦੇ ਆ, ਅਗਲੇ ਨਾਲ ਫੋਟੋ ਖਿਚਾ ਕੇ ਉੱਤੇ ਪਾ ਦਿੰਦੇ ਆ, ਤਾਂ ਉਹ ਹੈਗਾ ਸਮਰਥਨ ਹੈਗਾ। ਕੀ ਲੱਗਦਾ ਕਿੰਨੀ ਵੋਟ ਪੈ ਜੂਗੀ ਕਾਂਗਰਸ ਨੂੰ ਐਤਕੀ? ਉਹ ਤੇ ਤੁਸੀਂ ਸੱਥਾਂ ਵਿੱਚ ਆ ਕੇ ਪਿੱਛੋ ਅਸੀਂ ਪੁੱਛ ਰਹੇ ਹਾਂ। ਅੱਜ ਹੀ ਤੁਹਾਡੇ ਇੱਕ ਸਰਪੰਚ ਦਾ ਮੈਨੂੰ ਫੋਨ ਆ ਗਿਆ, ਕਹਿੰਦੇ ਤੁਸੀਂ ਧੱਕੇ ਨਾਲ ਕਹਾ ਰਹੇ ਹੋ। ਕਿਤੋਂ? ਲੋਕਾਂ ਤੋਂ। ਕੀ? ਵੀ ਉਹ ਝਾੜੂ ਨੂੰ ਸਪੋਰਟ ਕਰਦੇ ਆ, ਲੱਖੇ ਸਿੰਘ ਸਧਾਣੇ ਨੂੰ ਸਪੋਰਟ ਕਰਦੇ ਆ। ਸੁਖਬੀਰ ਬਾਦਲ ਕਹਿੰਦੇ ਅਸੀਂ 80 ਲੈ ਜਾਾਂਗੇ, ਆਮ ਆਦਮੀ ਪਾਰਟੀ ਕਹਿੰਦੇ ਅਸੀਂ 80 ਲੈ ਜਾਾਂਗੇ। ਤਾਂ ਆਮ ਆਦਮੀ ਪਾਰਟੀ ਦਾ ਪਿਛਲੀ ਵਾਰ 100 ਜਾਈ ਜਾਂਦੀ ਸੀਗੀ, ਤਾਂ ਕਿੱਥੇ ਗਏ 20 ਆਈਆਂ ਸੀ। ਹੁਣ ਜੇ 50 ਕਹਿੰਦੇ ਤੇ 50 ਦੇ ਵਿੱਚ 10 ਆਉਣਗੀਆਂ, 10 ਦੇ ਵਿੱਚ ਫਿਰ ਝੋਲਾ ਚੱਕ ਕੇ 6 ਇੱਧਰ ਨੂੰ ਆ ਜਾਣਗੇ। ਬਾਹਰਲਾ ਹਲਕਾ ਕੋਈ ਇੰਗਲੈਂਡ ਤੋਂ ਤਾਂ ਹੈ ਨਹੀਂ ਜੀ, ਹੈ ਨਾ। ਕੋਈ ਉਹ ਜਿਹੜਾ ਇੰਨਾ ਅਫੈਕਟ ਕਰੇ। 20 ਕਿਲੋਮੀਟਰ ਹੈਗਾ ਮਾਨਸਾ ਜਿੱਥੋਂ ਮੈਂ ਹੈਗੀ ਹਾਂ। ਪ੍ਰਕਾਸ਼ ਸਿੰਘ ਬਾਦਲ ਮੇਰੇ ਕੋਲ ਘਰ ਬੈਠ ਜਾਣਾ ਚਾਹੀਦਾ। ਵਿਕਰਮ ਮਜੀਠੀਆ, ਚਿੱਟੇ ਤੇ ਸਦਾਗਰ ਨੇ, ਭਗਵੰਤ ਮਾਨ, ਗੱਪੀ ਗੱਲਾਂ, ਲੱਖਾ ਸਿੰਘ ਸਧਾਣਾ, ਤੁਹਾਨੂੰ ਪਤਾ ਹੈ, ਨਵਜੋਤ ਸਿੰਘ ਸਿੱਧੂ ਫੈਕਟਸ ਦੀ ਗੱਲ ਕਰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਜੇ ਅਸੀਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਗੱਲ ਕਰਦੇ ਹਾਂ, ਮਾਲਵੇ ਨੇ ਕਹਿੰਦੇ ਬੜਾ ਇਫੈਕਟ ਕਰਨਾ ਗਾ ਇਸ ਵਾਰ, ਪਰ ਆਈ ਵਾਰ ਕੁਛ ਨਾ ਕੁਛ ਬਦਲਦਾ ਗਾ ਚੋਣਾਂ ਦੇ ਵਿੱਚ। ਇਸ ਵਾਰ ਬੜੀਆਂ ਅਜਿਹੀਆਂ ਸੀਟਾਂ ਆਈਆਂ ਜਿੱਥੇ 4 ਕੋਣਾ ਮੁਕਾਬਲਾ ਗਾ, 5 ਕੋਣਾ ਮੁਕਾਬਲਾ ਗਾ, 3 ਕੋਣਾ ਮੁਕਾਬਲਾ ਗਾ, ਤੇ ਉਹਨਾਂ ਵਿੱਚੋਂ ਇੱਕ ਸੀਟ ਆ ਵਿਧਾਨ ਸਭਾ ਹਲਕਾ ਮੌੜ, ਜਿੱਥੋਂ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਹੀ ਪੁਰਾਣੇ ਜਿਹੜੇ ਆਗੂ ਨੇ ਉਹਨਾਂ ਨੂੰ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ, ਜਗਮੀਤ ਸਿੰਘ ਬਰਾੜ। ਦੂਸਰੇ ਪਾਸੇ ਜੇ ਅਸੀਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸੁਖਬੀਰ ਮੈਸਰਖਾਨਾ, ਜੇ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਮਨੋਜ ਬਾਲਾ ਬਾਂਸਲ ਨੇ, ਤੇ ਜੇ ਅਸੀਂ ਸੰਯੁਕਤ ਸਮਾਜ ਮੋਰਚੇ ਦੀ ਗੱਲ ਕਰਦੇ ਹਾਂ ਲਖਵੀਰ ਸਿੰਘ ਲੱਖਾ ਸਧਾਣਾ ਨੇ। ਕੀ ਨੇ ਮੌੜ ਦੇ ਸਮੀਕਰਨ, ਕੀ ਆ ਮੌੜ ਦੀ ਸਿਆਸਤ? ਬੜਾ ਕੁਛ ਪਿਛਲੇ ਦਿਨਾਂ ਦੇ ਵਿੱਚ ਮੌੜ ਹਲਕੇ ਨੇ ਦੇਖਿਆ ਗਾ, ਤੇ ਲੋਕ ਕੀ ਕਹਿੰਦੇ ਨੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਅੱਜ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਸਾਡੇ ਨਾਲ ਹਾਜ਼ਰ ਰਹਿਣਗੇ ਕਾਂਗਰਸ ਦੇ ਕੈਂਡੀਡੇਟ ਮਨੋਜ ਬਾਲਾ ਬਾਂਸਲ ਜੀ। ਮੈਮ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਜੀ। ਮੈਂ ਤੁਹਾਡੇ ਕੋਲੇ ਵੀ ਸਮਾਂ ਥੋੜਾ ਗਾ ਮੁੱਦੇ ਦੀ ਗੱਲ ਤੇ ਆਉਂਗਾ। ਕਿੰਨੇ ਵਿਕਾਸ ਪ੍ਰੋਜੈਕਟ ਆ ਜਿਹੜੇ ਮੌੜ ਹਲਕੇ ਦੇ ਵਿੱਚ ਕਾਂਗਰਸ ਲੈ ਕੇ ਆਈ ਆ? ਇੱਥੇ ਮੈਂ ਇੱਕ ਹਲਕਾ ਸੇਵਾਦਾਰ ਦੇ ਵਿੱਚੋਂ ਕੰਮ ਕੀਤਾ ਜੀ। ਸੋ ਮੈਂ ਨਹੀਂ ਕਹਿੰਦੀ ਕਿ ਮੈਂ ਇੱਥੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਈ ਹਾਂ। ਜੋ ਮੈਂ ਚਾਹੁੰਦੀ ਸੀ ਮੈਂ ਨਹੀਂ, ਬਿਕੋਜ਼ ਮੇਰੇ ਕੋਲ ਕੋਈ ਕੌਨਸਟੀਟਿਊਸ਼ਨਲ ਪਾਵਰ ਨਹੀਂ ਸੀਗੀ। ਬਟ ਫਿਰ ਵੀ ਮੈਂ ਜਿੱਦਾਂ ਛੋਟੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿੰਨੇ ਵੀ ਦਿੱਕਤਾਂ ਸੀ, ਗਲੀਆਂ ਨਾਲੀਆਂ ਸੜਕਾਂ, ਉਹਨਾਂ ਨੂੰ ਮੈਂ ਕੰਮ ਕਰਨ ਦੀ, ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਜਿਹੜਾ ਆਉਣ ਵਾਲਾ ਹੈਗਾ ਟਾਈਮ, ਉਹਦੇ ਵਿੱਚ ਸੋ ਮੈਂ ਵਾਅਦਾ ਵੀ ਕੀਤਾ, ਪਹਿਲਾਂ ਵੀ ਕੀਤਾ ਆ। ਸੋ ਮੇਰਾ ਸੁਪਨਾ ਹੈਗਾ ਇਹ ਕਿ ਮੈਂ ਆਪਣੇ ਹਲਕੇ ਦੇ ਵਿੱਚ ਕੋਈ ਰੁਜ਼ਗਾਰ ਦਾ ਸਾਧਨ ਲੈ ਕੇ ਆਵਾਂ ਆਪਣੇ ਨੌਜਵਾਨ ਵੀਰਾਂ ਦੇ ਲਈ, ਤੇ ਨਾਲ ਹੀ ਵੱਡਾ ਹਸਪਤਾਲ ਹੋਏ ਔਰ ਕੋਈ ਸਟੇਡੀਅਮ, ਕਾਲਜ ਵਿੱਚ ਸਟਾਫ ਹੋਣਾ ਜ਼ਰੂਰੀ ਆ। ਸੋ ਇੱਕ ਡਾਕਟਰ ਹੋਣ ਦੇ ਨਾਤੇ ਸੋ ਮੇਰਾ ਐਫਰਟਸ ਬਣਦਾ ਕਿਤੇ ਨਾ ਕਿਤੇ ਕਿ ਮੈਂ ਇਹ ਚੀਜ਼ਾਂ ਜਿਹੜੀਆਂ ਸੋ ਬੇਸਿਕ ਫੈਸਿਲਿਟੀਜ਼ ਨੇ ਉਹ ਲੋਕਾਂ ਨੂੰ ਮੈਂ ਦੇਵਾਂ, ਔਰ ਆਪਣੇ ਹਲਕੇ ਲਈ ਕੁਝ ਅਲੱਗ ਕਰਨਾ ਮੈਂ ਚਾਹੁੰਦੀ ਹਾਂ ਜੋ ਅੱਜ ਤੱਕ ਪਹਿਲਾਂ ਕਿਸੇ ਨੇ ਮੌੜ ਹਲਕੇ ਲਈ ਨਹੀਂ ਕੀਤਾ। ਜੀ, ਜੇ ਅਸੀਂ ਇਸ ਹਲਕੇ ਦੀ ਗੱਲ ਕਰਦੇ ਹਾਂ, ਕਾਂਗਰਸ ਦੀ ਗੱਲ ਕਰਦੇ ਹਾਂ, ਹਲਕਾ ਇੰਚਾਰਜ ਤੁਸੀਂ ਲੱਗੇ ਰਹੇ ਹੋ, ਤੁਹਾਨੂੰ ਕੀ ਲੱਗਦਾ ਘਾਟ ਰਹੇਗੀ? ਸਰਕਾਰ ਵਾਲੇ ਪਾਸਿਓਂ ਘਾਟ ਰਹੇਗੀ, ਫੰਡਾਂ 'ਚ ਘਾਟ ਰਹੇਗੀ? ਪਿੰਡਾਂ ਦੇ ਵਿੱਚ ਫੰਡ ਸਹੀ ਆਏ ਆ? ਪਿੰਡਾਂ ਵਿੱਚ ਫੰਡ ਬਹੁਤ ਆਇਆ। ਜੇ ਆਪਾਂ ਗਲੀਆਂ ਨਾਲੀਆਂ ਸੜਕਾਂ ਦੀ ਗੱਲ ਕਰੀਏ ਤਾਂ ਕਹਿਣ ਨੂੰ ਤਾਂ ਸੀਗਾ ਕਿ ਪਹਿਲਾਂ ਸਿੱਖੋ ਮੰਤਰੀ ਵੀ ਇੱਥੇ ਰਹੇ ਅਕਾਲੀ ਦਲ ਦੇ, ਤੇ ਬੀਬਾ ਹਰਸਿਮਰਤ ਕੌਰ ਬਾਦਲ ਉਹ ਵੀ ਸੈਂਟਰ ਦੇ ਮਿਨਿਸਟਰ ਰਹੇ, ਪਰ ਹਲੇ ਤੱਕ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਲੈ ਕੇ ਆ ਸਕੇ। ਜਿਵੇਂ ਬੀਬਾ ਫੂਡ ਮਿਨਿਸਟਰ ਸੀਗੇ, ਹੈ ਨਾ, ਪ੍ਰੋਸੈਸਿੰਗ ਮਿਨਿਸਟਰ ਸੀ, ਤਾਂ ਆਪਣੇ ਹਲਕੇ ਲਈ ਇੱਧਰਲੀ ਕੁਛ ਨਾ ਕੁਛ ਲੈ ਕੇ ਆ ਸਕਦੇ ਸੀ। ਬਠਿੰਡਾ ਦੇ ਵਿੱਚ ਹੀ ਪੈਂਦਾ ਹੈ ਮੌੜ ਹਲਕਾ ਵੀ, ਸੋ ਉਸ ਕਾਰਨ ਇਹ ਪਛੜਿਆ ਹੋਇਆ ਹਲਕਾ ਆ। ਤੇ ਬਾਕੀ ਹਸਪਤਾਲ ਵੀ ਵੱਡਾ ਹੈ ਨਹੀਂਗਾ, ਸੋ ਬੀਬਾ ਦਾ ਧਿਆਨ ਜਾਣਾ ਚਾਹੀਦਾ ਸੀ। ਸੋ ਇਹ ਗੱਲਾਂ ਮੈਂ ਨੋਟਿਸ ਕੀਤੀਆਂ। ਮੇਰੀ ਆਪਣੀ ਬੇਸਿਕ ਜੀ ਨੇਚਰ ਆ, ਮੈਂ ਹਰ ਇੱਕ ਚੀਜ਼ ਦੇ ਜਿੱਥੇ ਵੀ ਮੈਂ ਜਾਣੀ ਹਾਂ ਬਾਰੀਕੀ ਵਿੱਚ ਜਾਣੀ ਹਾਂ, ਚਾਹੇ ਮੈਂ ਮਾਨਸਾ ਵਿੱਚ ਕੰਮ ਕੀਤਾ, ਚਾਹੇ ਮੈਂ ਇੱਥੇ ਕੰਮ ਕੀਤਾ। ਸੋ ਮੈਂ ਬਹੁਤ ਚੀਜ਼ਾਂ ਕਮੀਆਂ ਨੋਟਿਸ ਕੀਤੀਆਂ ਹੋਈਆਂ ਨੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਉਹਨਾਂ ਨੂੰ ਪੂਰਾ ਕਰੂੰਗੀ। ਤਾਂ ਇੱਕ ਮੈਂ ਤੁਹਾਨੂੰ ਦੱਸ ਦਿੰਦੀ ਕਿ ਇੱਕ ਸੁੱਖਾ ਸਿੰਘ ਵਾਲਾ ਪਿੰਡ ਹੈਗਾ, ਉੱਥੇ ਸਾਡੀ ਬੱਸ ਨਹੀਂ ਸੀ ਰੁਕਦੀ ਸਿੰਸ ਦਾ ਇੰਡੀਪੈਂਡੈਂਸ, ਹੈ ਨਾ, ਜਦੋਂ ਦਾ ਦੇਸ਼ ਆਜ਼ਾਦ ਹੋਇਆ। ਸੋ ਉਸ ਨੂੰ ਹਰ ਇੱਕ ਲੀਡਰ ਆਉਂਦਾ ਸੀ, ਮੰਤਰੀ ਜਾਂ ਕੋਈ MP ਆਉਂਦਾ ਸੀ, ਪਿੰਡ ਵਾਲੇ ਡਿਮਾਂਡ ਰੱਖਦੇ ਸੀਗੇ ਤੇ ਔਰਤਾਂ ਡਿਮਾਂਡ ਰੱਖਦੀਆਂ ਸੀ। ਸੋ ਉਹ 3 ਮਹੀਨਿਆਂ ਦੇ ਵਿੱਚ ਮੈਂ ਉਹਨੂੰ ਪੂਰਾ ਕਰਤਾ। ਮਤਲਬ 75 ਇਅਰਸ ਦਾ ਕੰਮ ਸੀਗਾ।
ਸੋ ਇੱਦਾਂ ਕਮਾਲੂ ਪਿੰਡ ਹੈਗਾ, ਉੱਥੇ ਦੀ ਬਹੁਤ ਪਹਿਲਾਂ ਅਕਾਲੀ ਦਲ ਨੇ ਕਾਂਗਰਸ ਦੇ ਘਰ ਸੀ, ਗਲੀ ਛੱਡੀ ਹੋਈ ਸੀ। ਸੋ ਬਹੁਤ ਸਾਰੇ ਇੱਦਾਂ ਦੇ ਕੰਮ ਕਿ 35 ਲੱਖ ਰੁਪਏ ਕੁੱਲ ਖਰਚ ਹੋਣਾ ਸੀ, ਉਹ ਨਹੀਂ ਕਰ ਪਾਇਆ ਸੋ ਉੱਪਰ ਪੁਰਾਣੇ ਲੀਡਰ, ਤੇ ਉਹ ਵੀ ਕੀਤਾ। ਤੇ ਬਾਕੀ ਹੋਰ ਬਹੁਤ ਸਾਰੇ ਕੰਮ ਨੇ। ਜਾਂ ਮੇਰਾ ਆਮ ਜਿਹੜਾ ਹੈਗਾ ਲੋਕਾਂ ਦੇ ਆਮ ਲੋਕਾਂ ਦੇ ਵਿੱਚ ਵਿਚਰਨਾ ਹੁੰਦਾ, ਗਰੀਬ ਪਰਿਵਾਰਾਂ ਦੇ ਵਿੱਚ ਵਿਚਰਨਾ ਹੁੰਦਾ। ਜਲਦੀ ਤੁਸੀਂ ਦੇਖਿਆ ਉਹ ਲੀਡਰਸ ਕਿਤੇ ਕੱਟ ਜਾਂਦੇ ਆ, ਕੰਨੀ ਕਤਰਾ ਜਾਂਦੇ ਕਿ ਨਹੀਂ ਇੱਥੇ ਕੀ ਕਰਨ ਜਾਣਾ। ਸੋ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਮੈਂ ਉਹਨਾਂ ਤੱਕ ਵੀ ਪਹੁੰਚ ਕਰਾਂ, ਮੈਂ ਉਹਨਾਂ ਦੀਆਂ ਦਿੱਕਤਾਂ ਨੂੰ ਸਮਝਾਂ, ਉਹਨਾਂ ਦੀ ਪ੍ਰੋਬਲਮਸ ਨੂੰ ਜਾਵਾਂ, ਪ੍ਰੋਬਲਮਸ ਨੂੰ ਜਾਣਨਾ ਔਰ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼। ਸਿਰਫ ਵੋਟਾਂ ਦੇ ਨੇੜੇ ਆ ਕੇ ਪਹੁੰਚ ਕੀਤੀ ਕਿ ਪਹਿਲਾਂ ਵੀ? ਨਹੀਂ, ਮੈਂ ਇੱਕ ਇੱਦਾਂ ਦੀ ਹੈਗੀ ਆ ਲਾਈਕ ਸੇਵਾਦਾਰੀ ਲੀਡਰ ਤੁਸੀਂ ਕਹਿ ਲਓ ਕਿ ਮੈਂ ਬੜੇ ਮਾਣ ਨਾਲ ਜਾਂਦੀ ਹਾਂ। ਬਾਂਸਲ ਸਾਹਿਬ ਵੀ ਪਹਿਲਾਂ ਬੁਢਲਾਡਾ ਤੋਂ ਰਹੇ ਆ, ਤਾਂ ਮੈਂ ਚੰਡੀਗੜ੍ਹ ਰਹਿੰਦੀ ਸੀ, ਉਦੋਂ MLA ਬਣੇ ਤਾਂ ਮੈਂ ਚੰਡੀਗੜ੍ਹ ਤੋਂ ਸਮਾਨ ਚੁੱਕ ਕੇ ਆ ਗਈ ਸੀ। ਤੁਸੀਂ ਲਗਾ ਲਓ ਉਦਾਹਰਨ ਕਿ ਲੋਕੀ ਤਾਂ MLA ਬਣ ਕੇ ਚੰਡੀਗੜ੍ਹ ਨੂੰ ਤੁਰ ਜਾਂਦੇ, ਮੈਂ ਚੰਡੀਗੜ੍ਹ ਤੋਂ ਪਿੰਡ ਵਿੱਚ ਆ ਗਈ। ਸੋ ਇੱਕ ਛੋਟੇ ਸ਼ਹਿਰ ਵਿੱਚ ਆ ਗਈ। ਮਾਨ ਸਾਹਿਬ ਦੇ ਵਿੱਚ ਪਤਾ ਕਰੋ, ਮੇਰਾ ਪਾਸ ਪਤਾ ਕਰੋ ਕਿ ਮਾਨ ਸਾਹਿਬ ਪੂਰੇ 3 ਸਾਲ ਜਿੱਥੇ ਕੰਮ ਕੀਤਾ, 3 ਸਾਲ ਪੂਰੀ ਡੈਡੀਕੇਸ਼ਨ ਦੇ ਨਾਲ ਕੰਮ ਕੀਤਾ। ਹੁਣ ਇੱਥੇ 2 ਸਾਲ ਤੇ ਇੱਥੇ ਹੀ ਆ। ਸਗੋਂ ਸਾਡੇ ਲੱਗਦਾ, ਮੈਂ ਜਗਮੀਤ ਸਿੰਘ ਬਰਾੜ ਜੀ ਨੂੰ ਵੀ ਇਹ ਸਵਾਲ ਕੀਤਾ ਸੀ, ਉਹ ਵੀ ਬਾਹਰਲੇ ਹਲਕੇ ਦੇ ਨੇ, ਤੁਸੀਂ ਵੀ ਬਾਹਰਲੇ ਹਲਕੇ ਦੇ ਹੋ, ਕੱਲਾ ਜਿਹੜਾ ਸੁਖਬੀਰ ਮੈਸਰਖਾਨਾ ਗਾ ਉਹ ਮੁੰਡਾ ਇੱਥੋਂ ਆ, ਲੱਖਾ ਸਿੰਘ ਸਿਧਾਣਾ ਵੀ ਬਾਹਰਲੇ ਹਲਕੇ ਦਾ, ਇਹ ਚੀਜ਼ ਅਫੈਕਟ ਕਰੂਗੀ? ਸੋ ਬਾਹਰਲਾ ਹਲਕਾ ਕੋਈ ਇੰਗਲੈਂਡ ਤੋਂ ਤਾਂ ਹੈ ਨਹੀਂ ਜੀ, ਹੈ ਨਾ, ਕੋਈ ਉਹ ਜਿਹੜਾ ਇੰਨਾ ਅਫੈਕਟ ਕਰੇ। 20 ਕਿਲੋਮੀਟਰ ਹੈਗਾ ਮਾਨਸਾ ਜਿੱਥੋਂ ਮੈਂ ਹੈਗੀ ਹਾਂ, ਹੈ ਨਾ। ਸੋ ਪਹਿਲਾਂ ਵੀ ਅਸੀਂ ਇੱਥੇ ਚੋਣ ਲੜੀ ਸੀਗੀ, ਬਾਂਸਲ ਸਾਹਿਬ ਨੇ, ਮੇਰੇ ਹਸਬੈਂਡ ਨੇ ਚੋਣ ਲੜੀ ਸੀ। ਸੋ ਕਿਤੇ ਨਾ ਕਿਤੇ ਉਹ ਕਰ ਰਿਹਾ। ਬਾਕੀ ਹਲਕੇ ਦਾ ਬਹੁਤ ਬੁਰਾ ਹਾਲ ਸੀ। ਕਾਂਗਰਸ ਜਿਹੜੀ ਸੀ, ਕਿੰਨੇ ਗਰੁੱਪ ਹੋਏ ਸੀ, ਹੈ ਨਾ, ਧੜਿਆਂ 'ਚ ਵੰਡੀ ਹੋਈ ਸੀ ਕਾਂਗਰਸ। ਜਦੋਂ ਸਾਨੂੰ ਹਾਈ ਕਮਾਂਡ ਨੇ ਇੱਥੇ ਭੇਜਿਆ, ਸੋ ਬਹੁਤ ਸਾਰੀਆਂ ਸ਼ਿਕਾਇਤਾਂ ਇੱਥੋਂ ਜਾਂਦੀਆਂ ਸੀ। ਤਾਂ ਹੋ ਸਕਦਾ ਕਿ ਹਾਈ ਕਮਾਂਡ ਨੂੰ ਲੱਗਿਆ ਹੋਵੇ ਕਿ ਹਲਕੇ ਨੂੰ ਬੈਟਰ ਸੰਭਾਲ ਸਕਦੇ ਆ, ਸੋ ਤਾਂ ਹੀ ਸਾਨੂੰ ਇੱਥੇ ਲਾਇਆ। ਟਿਕਟ ਕਿੰਨੀ ਕੁ ਸੌਖੀ ਮਿਲ ਗਈ? ਬੜਾ ਰੌਲਾ ਪੈ ਰਿਹਾ ਸੀ, ਖਾਸ ਕਰਕੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਹੱਥ 'ਚ ਕਮਾਂਡ ਸੀ। ਇਹ ਵੀ ਚੀਜ਼ਾਂ ਆਉਣ ਲੱਗ ਗਈਆਂ ਸੀ ਵੀ ਉਹਨਾਂ ਦੀ ਬੇਟੀ ਜੈਇੰਦਰ ਕੌਰ ਇੱਥੇ ਆ ਸਕਦੇ ਨੇ, ਹੋਰ ਬਹੁਤ ਚਰਚਿਤ ਚਿਹਰਾ ਆ ਸਕਦੇ ਆ, ਅੰਮ੍ਰਿਤਾ ਵੜਿੰਗ ਦੀ ਵੀ ਗੱਲ ਚੱਲੀ ਆ। ਤੁਹਾਨੂੰ ਕੀ ਲੱਗਿਆ, ਸੌਖੀ ਟਿਕਟ ਮਿਲ ਗਈ ਕਿ ਬਹੁਤ ਸੌਖੀ ਮਿਲ ਗਈ ਟਿਕਟ? ਬਹੁਤ ਸੌਖੀ ਮਿਲੀ ਆ। ਉਹਦਾ ਕਾਰਨ ਇਹ ਸੀ ਕਿ ਬੜੀ ਇਮਾਨਦਾਰੀ ਦੇ ਨਾਲ ਕੰਮ ਕੀਤਾ। ਸੋ ਕਿਤੇ ਨਾ ਕਿਤੇ ਸਰਵੇ ਦੀਆਂ ਰਿਪੋਰਟਸ, ਇੰਟੈਲੀਜੈਂਸ ਦੀਆਂ ਰਿਪੋਰਟਸ ਨੇ ਕੰਮ ਕੀਤਾ ਇਹਦੇ ਵਿੱਚ। ਸੋ ਮੈਰਿਟ ਦੇ ਆਧਾਰ ਤੇ ਟਿਕਟ ਮਿਲੀ ਆ। ਤੁਸੀਂ ਦੇਖੋ ਮੈਂ ਇੱਕ ਬਿਲਕੁਲ ਕਾਮਨ ਫੈਮਿਲੀ 'ਚ, ਇੱਕ ਆਮ ਪਰਿਵਾਰ ਦੇ ਵਿੱਚੋਂ ਆ ਕੋਈ, ਹੈ ਨਾ। ਸੋ ਮੇਰਾ ਕੋਈ ਪਿੱਛੇ ਬਹੁਤ ਵੱਡਾ ਪਿਛੋਕੜ ਨਹੀਂ ਹੈ। ਤਾਂ ਮਾਨਸਾ ਸਾਹਿਬ ਕਿਸਾਨ ਪਰਿਵਾਰ ਦੇ ਵਿੱਚੋਂ ਨੇ, ਸੋ ਆਮ ਪਰਿਵਾਰ ਦੀ। ਪਰ ਇਹ ਵੀ ਗੱਲ ਚੱਲੀ ਹਾਈ ਕਮਾਂਡ 'ਚ ਤੁਸੀਂ ਮਾਨਸਾ ਲਈ ਟਰਾਈ ਕਰ ਰਹੇ ਸੀ ਬਾਂਸਲ ਸਾਹਿਬ, ਪਰ ਉੱਥੇ ਸਿੱਧੂ ਮੂਸੇਵਾਲੇ ਨੂੰ ਫਿੱਟ ਕਰਨਾ ਸੀ। ਨਹੀਂ, ਮੈਂ ਦੋਨੋਂ ਜਗ੍ਹਾ ਕੰਮ ਕੀਤਾ ਸੀ। ਸੋ ਇਟਸ ਹਾਈ ਕਮਾਂਡਸ ਡਿਸੀਜਨ ਕਿ ਦੋਨੋਂ ਜਗ੍ਹਾ ਕੰਮ ਕੀਤਾ, ਦੋਨੋਂ ਜਗ੍ਹਾ ਸੇਵਾ ਕੀਤੀ ਹੈ। ਸੋ ਇਹ ਹਾਈ ਕਮਾਂਡ ਨੇ ਦੇਖਣਾ ਸੀਗਾ ਕਿ ਮਾਨਸਾ ਤੋਂ ਦੇਣੀ ਕਿ ਮੌੜ ਤੋਂ ਦੇਣੀ। ਇਟਸ ਨਾਟ ਦੈਟ ਕਿ ਮੈਂ ਮੌੜ ਤੋਂ ਨਹੀਂ ਸੀ ਚਾਹੁੰਦੀ, ਮੈਂ ਫਿਰ ਮੌੜ 2 ਸਾਲ ਦੀ ਕਿਉਂ ਲੋਕਾਂ ਦੇ ਵਿੱਚ ਆਉਂਦੀ ਜੇ ਮੈਂ ਨਹੀਂ ਸੀ ਚਾਹੁੰਦੀ। ਸੋ ਉੱਥੇ ਜ਼ਿਲ੍ਹਾ ਪ੍ਰਧਾਨ ਸੀ ਮੈਂ। 2 ਟਿਕਟਾਂ ਚਾਹੁੰਦਾ ਸੀ ਪਰਿਵਾਰ? ਨੋ ਬਿਲਕੁਲ, ਕਿ ਦੂਜਿਆਂ ਨੂੰ ਵੀ ਐਡਜਸਟ ਕਰਨਾ। ਸੋ ਅਸੀਂ ਹੀ ਹਾਂ ਸਿਰਫ ਕਿ ਸਾਨੂੰ ਇੱਕ ਪਾਰਟੀ ਐਡਜਸਟ ਕਰੇ ਕਿਉਂ। ਤਾਂ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀ ਉੱਥੇ, ਸੋ ਇਸ ਕਰਕੇ ਮੈਨੂੰ ਉੱਥੇ ਥੋੜਾ ਦੇਖਣਾ ਪੈਂਦਾ ਸੀ। ਮਾਨਸਾ ਵੀ ਦੇਖਣਾ ਪੈਂਦਾ ਸੀਗਾ। ਹੁਣ ਬਾਂਸਲ ਸਾਹਿਬ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਜੀ, ਸੋ ਉਹ ਦੇਖ ਰਹੇ ਨੇ। ਤਾਂ ਚੋਣ ਮੈਨੀਫੈਸਟੋ ਕਮੇਟੀ ਦੀ ਮੈਨੂੰ ਮੈਂਬਰ ਵੀ ਲਿਆ। ਸੋ ਕੁਛ ਨਾ ਕੁਛ ਸੋਚ ਕੇ ਲਿਆ ਹੈਗਾ। ਸੋ ਆਮ ਵਰਕਿੰਗ, ਮਤਲਬ ਹਾਰਡ ਵਰਕ ਕਰ ਰਹੀ ਹਾਂ ਮੈਂ, ਔਰ ਲੋਕਾਂ ਦੇ ਵਿੱਚ ਜਾ ਰਹੀ ਹਾਂ। ਸੋ ਲੋਕਾਂ ਨੂੰ ਸਮਝ ਰਹੀ ਹਾਂ। ਹੁਣ ਜਦੋਂ ਗਰਾਊਂਡ ਜ਼ੀਰੋ ਤੇ ਜਾਂਦੇ ਹੋ ਤੁਸੀਂ, ਮੁਕਾਬਲਾ ਕਿਹਦੇ ਨਾਲ ਮੰਨਦੇ ਹੋ? ਜਗਮੀਤ ਬਰਾੜ, ਲੱਖਾ ਸਿੰਘ ਸਿਧਾਣਾ ਕਿ ਸੁਖਬੀਰ ਮੈਸਰਖਾਨਾ? ਆਮ ਆਦਮੀ ਪਾਰਟੀ ਨੂੰ ਦੇਖ ਲਿਆ ਸਾਰਿਆਂ ਨੇ ਪਹਿਲਾਂ ਕਿ ਉਹਨਾਂ ਨੇ ਕੀ ਕੀਤਾ ਕਿ ਜਿਵੇਂ ਪਹਿਲਾਂ 100 ਸੀਟਾਂ ਦਿਖਾਉਂਦੇ ਸੀ, 20 MLA ਬਣੇ, ਹੈ ਨਾ। ਸੋ 20 ਚੋਂ 12 ਚੁੱਕ ਕੇ ਇੱਧਰ ਨੂੰ ਆ ਗਏ। ਤਾਂ ਫਿਰ ਲੋਕੀ ਕਿਤੇ ਨਾ ਕਿਤੇ ਵਿਸ਼ਵਾਸ ਉੱਠ ਗਿਆ ਲੋਕਾਂ ਦਾ ਕਿ ਜੇ ਝੋਲਾ ਚੁੱਕ ਕੇ ਇੱਧਰ ਨੂੰ ਹੀ ਆਉਣਾ ਆ ਫਿਰ ਦੁਬਾਰਾ ਜਿੱਤ ਕੇ ਪਾਰਟੀ ਤੋਂ, ਤਾਂ ਫਿਰ ਉਹਦਾ ਕੀ ਫਾਇਦਾ। ਸੋ ਆਮ ਆਦਮੀ ਪਾਰਟੀ ਤੋਂ ਵਿਸ਼ਵਾਸ ਉੱਠਿਆ ਹੋਇਆ। ਕਮਾਲੂ ਸਾਹਿਬ ਸਪੋਰਟ ਕਰ ਰਹੇ ਨੇ? ਕਮਾਲੂ ਸਾਹਿਬ ਸਪੋਰਟ ਕਰ ਰਹੇ ਨੇ। ਸੱਚ ਕਹਿ ਰਹੇ ਹੋ ਕਿ ਉੱਪਰੋਂ? ਬਿਲਕੁਲ ਕਰ ਰਹੇ ਨੇ, ਬਿਲਕੁਲ ਕਰ ਰਹੇ ਨੇ। ਸੋ ਅੰਮ੍ਰਿਤਸਰ ਗਏ ਹੋਏ ਸੀ ਕਿ ਅੱਜ ਤੋਂ ਮੈਨੂੰ ਅੱਜ ਵੀ ਉਹਨਾਂ ਨਾਲ ਗੱਲ ਹੋਈ ਆ। ਤਾਂ ਡੈਫੀਨੇਟਲੀ ਹੈਗਾ ਸਾਡੇ ਨਾਲ ਮੈਦਾਨ ਵਿੱਚ ਆਉਣਗੇ। ਤੇ ਬਾਕੀ ਸੋ ਰਹੀ ਦੂਜੀਆਂ ਪਾਰਟੀਆਂ ਦੀ ਗੱਲ, ਸੋ ਜਗਮੀਤ ਬਰਾੜ ਹੈ, ਵੱਡੇ ਲੱਛੇਦਾਰ ਭਾਸ਼ਣ ਦੇਣਾ ਜਾਣਦੇ ਨੇ। ਮੇਰੇ ਖਿਆਲ ਲੋਕੀ ਬਹੁਤ ਸਮਝਦਾਰ ਨੇ ਕਿ ਪਿਛੋਕੜ ਵੀ ਦੇਖਦੇ ਨੇ। ਸੋ ਜੇ ਤੁਸੀਂ ਹੋਰ ਲਿਖਾਸਤਾਨਾਂ ਦੀ ਗੱਲ ਕਰੋ ਤਾਂ ਪਿਛੋਕੜ ਦੇਖਦੇ ਆ ਲੋਕੀ। ਸੋ ਪਿਛੋਕੜ ਦੇਖ ਕੇ ਅਵੇਅਰ ਨੇ ਲੋਕੀ, ਉਹਨਾਂ ਨੂੰ ਵੋਟ ਪਾਉਣਾ ਚਾਹੁੰਦੇ ਆ ਜਿਹੜਾ ਚੰਗੇ ਸਮਾਜ ਦੇ ਸਿਰਜਣ ਕਰਨਾ ਚਾਹੁੰਦਾ ਹੋਵੇ। ਸੋ ਮੇਰੇ ਪਿਛੋਕੜ ਬਾਰੇ ਪਤਾ ਹੈਗਾ ਲੋਕਾਂ ਨੂੰ, ਤੇ ਇੱਕ ਜਿੱਦਾਂ ਪਰਮਾਤਮਾ ਦੇ ਨਾਲ ਜੁੜੀ ਹੋਈ, ਸੋ ਲੋਕਾਂ ਦੇ ਵਿੱਚ ਰਹਿਣ ਵਾਲੇ ਆਮ ਜੀ ਹੈਗੇ ਆ। ਸੋ ਲੋਕਾਂ ਨੂੰ ਉਹੀ ਚੰਗਾ ਲੱਗਦਾ ਕਿ ਮੈਂ, ਕਿਉਂਕਿ ਜਿਹੜਾ ਗ੍ਰਾਸ ਰੂਟ ਤੋਂ ਉੱਠਿਆ ਹੁੰਦਾ ਉਹ ਪ੍ਰੋਬਲਮ ਸਮਝਦਾ ਹੈ ਲੋਕਾਂ ਦੀ ਪ੍ਰੋਬਲਮ, ਲੋਕੀ ਆਫਕੋਰਸ ਮੈਨੂੰ ਮੌਕਾ ਦੇਣਗੇ। ਪਰ ਝਾੜੂ ਵਾਲੇ ਤਾਂ ਇਹ ਪ੍ਰਚਾਰ ਕਰ ਰਹੇ ਆ ਵੀ ਜਿੱਦਣ ਦਾ ਭਗਵੰਤ ਮਾਨ ਨੂੰ CM ਫੇਸ ਅਨਾਉਂਸ ਕੀਤਾਗਾ, ਹਵਾ ਹੀ ਬੜੀ ਆ ਉਹਨਾਂ ਦੀ ਵੀ ਝਾੜੂ ਫੇਰ ਦੇਣਾਗਾ। ਉਹ ਤਾਂ ਪਿਛਲੀ ਵਾਰ ਵੀ ਝਾੜੂ ਫੇਰਨ ਨੂੰ ਕਹਿੰਦੇ ਸੀਗੇ, ਤੇ ਝਾੜੂ ਕਿੱਥੇ ਫਿਰਿਆ ਪੰਜਾਬ 'ਚ, ਹੈ ਨਾ। ਸੋ ਕਿਤੇ ਕੇਜਰੀਵਾਲ ਨੇ ਇੱਕ ਮੋਹਰਾ ਬਣਾਇਆ ਭਗਵੰਤ ਮਾਨ ਨੂੰ CM ਫੇਸ ਜਿਹੜਾ ਐਲਾਨਿਆ, ਉਹ ਮਜਬੂਰੀ 'ਚ ਐਲਾਨਿਆ ਜੀ। ਹਾਂ, ਸੋ ਹੋ ਸਕਦਾ ਕਿ ਫਿਰ ਕੇਜਰੀਵਾਲ ਦੁਬਾਰਾ ਆ ਜਾਏ, ਫਿਰ ਦੁਬਾਰਾ ਆਪਣੀ ਵਾਈਫ ਨੂੰ ਉੱਥੇ ਲਾ ਦੇ ਤੇ ਇੱਥੇ ਫਿਰ ਆਪਣੇ ਆਪ ਆ ਜਾਏ।
ਸੋ ਬਟ ਮੈਨੂੰ ਨਹੀਂ ਇਦਾਂ ਦਾ ਕੁਝ ਲੱਗਦਾ ਬਿਕੋਜ਼ ਪਹਿਲਾਂ ਹੀ ਆ ਜਿਹੜੇ 8 ਰਹਿ ਗਏ ਸੀ ਇਹ ਵੀ ਕਹਿੰਦੇ ਸੀ ਤਰਲੋ ਮੱਛੀ ਹੋਈ ਫਿਰਦੇ ਸੀ ਕਿ ਸਾਨੂੰ ਕਾਂਗਰਸ ਪਾਰਟੀ ਲੈ ਲੇ ਹਨਾ ਤਾਂ ਫਟਾਫਟ ਅਨਾਉਂਸ ਕੀਤੀਆਂ ਸੀਟਸ ਉਹਨਾਂ ਨੇ ਕਿ ਇਹਨਾਂ ਨੂੰ ਜਲਦੀ ਸੀਟਾਂ ਟਿਕਟਸ ਦੇ ਦਿਓ ਤੇ ਨਹੀਂ ਤਾਂ ਇਹ ਵੀ ਭੱਜ ਜਾਣਗੇ। ਸੋ ਜਿਹੜੀ ਸਾਡੀ ਪਾਰਟੀ ਆ ਬਹੁਤ ਸਟੇਬਲ ਪਾਰਟੀ ਹੈ ਕਾਂਗਰਸ ਪਾਰਟੀ ਔਰ ਨੈਸ਼ਨਲ ਕਿ ਇੰਟਰਨੈਸ਼ਨਲ ਲੈਵਲ। ਤੁਹਾਨੂੰ ਲੱਗਦਾ ਵੀ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਆ? ਤੁਸੀਂ ਕਹਿ ਰਹੇ ਹੋ ਵੀ ਸਟੇਬਲ ਪਾਰਟੀ ਹੈ ਕਾਂਗਰਸ, ਸੀਐਮ ਫੇਸ ਅਨਾਉਂਸ ਕਰ ਰਹੇ ਨੇ 6-7 ਤਰੀਕ ਨੂੰ, ਕੌਣ ਹੋਣਾ ਚਾਹੀਦਾ? ਜਿਹਨੂੰ ਹਾਈ ਕਮਾਂਡਰ ਜਦੋਂ ਸਾਡੀ ਰਾਏ ਲੈਣਗੇ ਤਾਂ ਆਫ ਕੋਰਸ ਮੈਂ ਉਹਨਾਂ ਨੂੰ ਰਾਏ ਭੇਜੂੰਗੀ ਤਾਂ ਉਸ ਤੋਂ ਬਾਅਦ ਜੋ ਡਿਸੀਜਨ ਹੋਊਗਾ ਉਹ ਅਨਾਉਂਸ ਕਰਨਾ ਸਾਡੇ ਹਰੀਸ਼ ਚੌਧਰੀ ਇੰਚਾਰਜ ਨੇ ਜਾਂ ਸਾਡੀ ਹਾਈ ਕਮਾਂਡ ਨੇ ਅਨਾਉਂਸ ਕਰਨਾ ਆ। ਸੋ ਇਹ ਉਹਨਾਂ ਦੀ ਜੌਬ ਆ, ਮੇਰੀ ਜੌਬ ਨਹੀਂ ਹੈ। ਮੇਰੀ ਜੌਬ ਹੈਗਾ ਕਿ ਜਿੱਤ ਕੇ ਜਿਹੜੀ ਸੀਟ ਹੈ ਉਹ ਝੋਲੀ ਵਿੱਚ। ਇਹ ਵੀ ਖਬਰ ਆ ਵੀ ਹਾਈ ਕਮਾਂਡ ਦੀਆਂ ਟੱਲੀਆਂ ਸਾਰੇ ਹਲਕਾ ਜਿਹੜੇ ਨੇ ਵੀ ਉਮੀਦਵਾਰ ਖੜੇ ਹੋਏ 117 ਦੇ 17 ਸਾਰਿਆਂ ਨੂੰ ਖੜਕੀਆਂ ਗਈਆਂ ਤੇ ਲਿਆ ਗਿਆ ਸੁਝਾਅ ਲਿਆ ਗਿਆ, ਤੁਸੀਂ ਸੁਝਾਅ ਦਿੱਤਾ ਹੋਣਾਗਾ। ਤੇ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਨਾ ਕਰ ਸਕਦੀ, ਇਹ ਕਾਂਟ ਡਿਸਕਲੋਜ਼, ਮੈਂ ਤਾਂ ਡਿਸਕਲੋਜ਼ ਨਹੀਂ ਕਰ ਸਕਦੀ। ਉਹ ਤਾਂ ਫਿਰ ਜਿਹੜਾ ਕੰਮ ਹੈਗਾ ਫਿਰ ਤਾਂ ਜਿਹੜਾ ਹਰੀਸ਼ ਚੌਧਰੀ ਜੀ ਨੇ ਇੰਚਾਰਜ ਨੇ ਸਾਡੇ ਨੇ ਕਰਨਾ ਪੰਜਾਬ ਦੇ ਨੇ, ਤਾਂ ਫਿਰ ਉਹ ਮੈਂ ਥੋੜੀ ਕਰੂੰਗੀ। ਸੋ ਇਟਸ ਉਹਨਾਂ ਦੀ ਜੌਬ ਆ, ਉਹ ਕਰਨਗੇ ਤਾਂ ਉਹ ਆਪਣੇ ਆਪ ਅਨਾਉਂਸ ਕਰਨਗੇ। ਤੁਹਾਨੂੰ ਲੱਗਦਾ ਵੀ ਪੌਣੇ 5 ਸਾਲ ਜਦੋਂ ਕੈਪਟਨ ਅਮਰਿੰਦਰ ਸਿੰਘ ਗੱਦੀ ਦੇ ਉੱਤੇ ਬੈਠੇ ਸੀ ਬਹੁਤ ਸਾਰੀਆਂ ਕਮੀਆਂ ਰਹੀਆਂ? ਹਾਂ, ਉਸ ਵੇਲੇ ਕਮੀਆਂ ਰਹੀਆਂ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਵਿੱਚ, ਇੰਟਰੈਕਸ਼ਨ ਵਿੱਚ, ਐਮਐਲਏਸ ਜਾਂ ਲੋਕਾਂ ਦੇ ਵਿੱਚ ਉਹ ਕਮੀ ਰਹੀ ਆ। ਸੋ ਉਸ ਨੂੰ ਉਹ ਤਾਂ ਹੀ ਚੇਂਜ ਕਰਨੇ ਪਏ, ਸੀਐਮ ਸਾਹਿਬ ਵੀ ਬਦਲਨੇ ਪਏ। ਇੱਕ ਪਾਰਟੀ ਲਈ ਇਸ ਟਾਈਮ ਆ ਕੇ ਬਿਲਕੁਲ ਇਲੈਕਸ਼ਨ ਦਾ ਟਾਈਮ ਹੋਵੇ ਔਰ ਸੀਐਮ ਬਦਲਣਾ ਹੋਵੇ ਤਾਂ ਬਹੁਤ ਚੈਲੰਜਿੰਗ ਹੁੰਦਾ। ਸੋ ਉਹ ਕੀਤਾ ਐਮਐਲਏਸ ਨੇ ਕੀਤਾ ਤਾਂ ਸਭ ਉੱਪਰੋਂ ਹਾਈ ਕਮਾਂਡ ਨੇ ਕੀਤਾ। ਸੋ ਉਸ ਤੋਂ ਬਾਅਦ ਅਸੀਂ 111 ਦਿਨ ਸੀ ਜਿਹੜੇ ਹੈ ਨਾ ਚੰਨੀ ਸਾਹਿਬ ਤੇ, ਤਾਂ ਬਹੁਤ ਵਧੀਆ ਰਹੇ ਔਰ ਬਹੁਤ ਵਧੀਆ ਫੈਸਲੇ ਲਏ ਉਹਨਾਂ ਨੇ ਔਰ ਹਰ ਇੱਕ ਲੋਕਾਂ ਨੂੰ, ਹਰ ਇੱਕ ਵਰਗ ਦੇ ਹਿੱਤ ਵਿੱਚ ਫੈਸਲੇ ਲਏ। ਪਰ ਫਿਰ ਵੀ ਟਾਈਮ ਸ਼ਾਰਟ ਸੀਗਾ, ਜੋ ਕਰਨਾ ਚਾਹੁੰਦੇ ਸੀ ਉਹਨਾਂ ਨਹੀਂ ਕਰ ਪਾਏ। ਤੁਹਾਨੂੰ ਲੱਗਦਾ ਬੀਜੇਪੀ ਇਫੈਕਟ ਕਰੂ? ਖਾਸ ਕਰਕੇ ਸ਼ਹਿਰੀ ਵੋਟ ਦੀ ਗੱਲ ਕਰਦੇ ਆ, ਮੋੜਾਂ ਦੀ ਵੋਟ ਦੀ ਗੱਲ ਕਰਦੇ ਆ, ਬੀਜੇਪੀ ਨੇ ਵੀ ਕੈਂਡੀਡੇਟ ਇੱਥੋਂ ਅਨਾਉਂਸ ਕੀਤਾ, ਇਫੈਕਟ ਕਰੂ ਵੋਟ? ਸੋ ਬੀਜੇਪੀ ਨੇ ਅਨਾਉਂਸ ਕੀਤਾ, ਹੁਣ ਬੀਜੇਪੀ ਇੰਨੀ ਛੇਤੀ ਲੋਕੀ ਭੁੱਲਣਗੇ ਨਹੀਂ ਕਿਉਂਕਿ ਕਿਸਾਨ, ਮਜ਼ਦੂਰ, ਵਪਾਰੀ ਸਭ ਦਾ ਇੱਕ ਨਾ 9 ਮਾਸ ਦਾ ਰਿਸ਼ਤਾ ਹੈਗਾ। ਤਾਂ ਜਿਸ ਵੇਲੇ ਹਿੰਦੂ ਕਹਿ ਲਓ ਕਿ ਉਹਨਾਂ ਦੀ ਸਪੋਰਟ 'ਤੇ ਗਏ ਜਾਂ ਆਪਾਂ ਆੜਤੀ ਕਹਿ ਲਓ ਉਹਦੀ ਸਪੋਰਟ 'ਤੇ ਗਏ, ਕਿਤੇ ਨਾ ਕਿਤੇ ਉਹਨਾਂ ਦੇ ਇਨਕਮ ਟੈਕਸ ਦੇ ਰੇਟਸ ਪਾਈ ਆਏ ਨੇ। ਸੋ ਹਰ ਇੱਕ ਵਰਗ ਨੂੰ ਇਹ ਵੰਡਣ ਦੀ ਕੋਸ਼ਿਸ਼ ਕਰਦੀ ਹੈ ਬੀਜੇਪੀ। ਸੋ ਸਮਝਦਾਰ ਹੋਏ ਨੇ ਹੁਣ। ਇਹ ਨਹੀਂ ਹੁੰਦਾ ਕਿ ਪਹਿਲਾਂ ਇੱਕ ਜੁੜੇ ਹੋਏ ਆ ਤਾਂ ਉਸੇ ਪਾਰਟੀ ਦੇ ਨਾਲ। ਹੁਣ ਲੋਕ ਦੇਖਦੇ ਨੇ ਕਿ ਕੌਣ ਕਿਹਦੀ ਸੋਚ ਚੰਗੀ ਆ ਔਰ ਕਿਹਦੀ ਦੂਰ ਅੰਦੇਸ਼ੀ ਹੈਗਾ। ਸੋ ਇੰਨੀ ਜਲਦੀ ਕਿਵੇਂ ਭੁੱਲ ਜਾਣਗੇ? ਕਿਸਾਨ ਵੀਰ ਵਿਚਾਰੇ ਉੱਥੇ 1.25 ਸਾਲ ਬੈਠੇ ਰਹੇ, ਇੰਨੀਆਂ ਮੌਤਾਂ ਹੋ ਗਈਆਂ ਤੇ ਆਪਣੇ ਘਰ ਤੋਂ ਬਾਹਰ ਰਹੇ, ਠੰਡਾਂ ਦੇ ਵਿੱਚ ਕਿੱਦਾਂ ਉਹਨਾਂ ਨੇ ਸਰਵਾਈਵ ਕੀਤਾ, ਉੱਥੇ ਗਰਮੀਆਂ ਵਿੱਚ ਸਰਵਾਈਵ ਕੀਤਾ। ਸੋ ਉਹ ਛਾਪ ਜਿਹੜਾ ਹੈਗੀ ਆ ਉਹ ਸ਼ਹਿਰ ਵਾਸੀਆਂ ਤੇ ਵੀ ਆ ਕਿ ਉਸਦੀ ਮੋਦੀ ਦੀ ਜਿਹੜੀ ਡਿਕਟੇਟਰਸ਼ਿਪ ਵਾਲੀ ਛਾਪ ਆ, ਤਾਂ ਉਹਦੇ ਵਿੱਚ ਬੀਜੇਪੀ ਨੂੰ ਲੋਕ ਮੂੰਹ ਨਹੀਂ ਲਾਉਣਗੇ। ਜਿਹੜੀਆਂ ਅਖਬਾਰਾਂ ਦੇ ਵਿੱਚ ਆਏ ਦਿਨ ਤਸਵੀਰਾਂ ਆਉਂਦੀਆਂ, ਖਾਸ ਕਰਕੇ ਆਮ ਵਾਲੇ ਕਹਿੰਦੇ ਆ ਵੀ ਕਾਂਗਰਸ ਦੇ ਇੰਨੇ ਜਿਹੜੇ ਸਰਪੰਚ ਮੈਂਬਰ ਛੱਡ ਕੇ ਸਾਡੇ ਨਾਲ ਰਲ ਗਏ, ਲੱਖਾ ਸਿੰਘ ਸਧਾਣਾ ਕਹਿੰਦੇ ਸਾਡੇ ਨਾਲ ਰਲ ਗਏ, ਜਗਮੀਤ ਬਰਾੜ ਕਹਿੰਦੇ ਸਾਡੇ ਨਾਲ ਰਲ ਗਏ, ਕੀ ਸੱਚਾਈ ਹੈ? ਸਾਰੇ ਵਾਪਸ ਆ ਰਹੇ ਨੇ, ਸਾਰੇ ਵਾਪਸ ਆ ਰਹੇ ਨੇ। ਸੋ ਠੀਕ ਸੀ, ਪਹਿਲਾਂ ਸੀਗਾ ਕਿ ਟਿਕਟ ਲੇਟ ਹੋ ਜਾਂਦੀ ਹੈ ਕਾਂਗਰਸ ਪਾਰਟੀ ਦੀ, ਹੈ ਨਾ, ਟਾਈਮ ਬਣੇ ਨਹੀਂ ਮਿਲਦੀ। ਸੋ ਉਸ ਕਰਕੇ ਉਹ ਲੈ ਗਏ ਚਾਚਾ। ਹੁਣ ਜਿਵੇਂ ਕਿਸੇ ਦੇ ਘਰ ਜਾ ਕੇ ਰਾਤ ਨੂੰ ਤੁਸੀਂ ਇੱਦਾਂ ਪਾ ਦਿਓ, ਗਲੇ ਦੇ ਵਿੱਚ ਪਟਕਾ ਪਾ ਦਿਓ, ਤਾਂ ਫਿਰ ਕੀ ਹੁੰਦਾ ਉਹਦੇ ਨਾਲ? ਕਿ ਮਨ ਤਾਂ ਨਹੀਂ ਬਦਲ ਸਕਦੇ ਨਾ ਤੁਸੀਂ। ਜ਼ਬਰਦਸਤੀ ਵੀ ਵੜਦੇ ਨੇ, ਜ਼ਬਰਦਸਤੀ ਵੀ ਕਰਦੇ ਨੇ। ਸੋ ਬਟ 2 ਦਿਨਾਂ ਬਾਅਦ ਅਗਲਾ ਵਾਪਸ ਆ ਜਾਂਦਾ ਹੈ। ਰਾਤ ਵੀ ਇੱਕ ਵੱਡੀ ਤਸਵੀਰ ਸਾਹਮਣੇ ਆਈ ਹੈ, ਕਹਿੰਦੇ ਵੀ ਆੜਤੀ ਐਸੋਸੀਏਸ਼ਨ ਨੇ ਲੱਖਾ ਸਿੰਘ ਸਧਾਣਾ ਨੂੰ ਸਮਰਥਨ ਕਰਤਾ। ਇਦਾਂ ਦੀਆਂ ਜਿਹੜੀਆਂ ਤਸਵੀਰਾਂ ਕਿਹੜੀ ਆੜਤੀ ਐਸੋਸੀਏਸ਼ਨ ਕਿੱਥੋਂ ਦੀ ਨੇ? ਮੌੜ ਮੰਡੀ। ਬਿਲਕੁਲ ਵੀ ਨਹੀਂ ਗਏ। ਚਾਹ ਪੀਣੀ ਆ ਜੀ, ਤੇ ਚਾਹ ਪੀਣ ਦੇ ਬਹਾਨੇ ਤੁਰ ਜਾਂਦੇ ਆ, ਅਗਲੇ ਨਾਲ ਫੋਟੋ ਖਿਚਾ ਕੇ ਉੱਤੇ ਪਾ ਦਿੰਦੇ ਆ, ਤਾਂ ਉਹ ਹੈਗਾ ਸਮਰਥਨ ਹੈਗਾ? ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਕੋਲ ਗਏ ਆ, ਪ੍ਰਧਾਨ ਦੇ ਘਰ ਗਏ ਆ, ਮੈਨੂੰ ਵੀ ਪਤਾ ਹੈਗਾ। ਤਾਂ ਉੱਥੇ ਆ ਗਏ ਜੀ, ਚਾਹ ਪੀਣੀ ਆ, ਸੋ ਚਾਹ ਪੀ ਲਓ। ਇੱਕ ਮੈਂ ਉਹਨੂੰ ਹੋਰ ਦੱਸ ਰਹੀ ਸੀ, ਕੱਲ ਕਿਸੇ ਪਿੰਡ ਦੇ ਵਿੱਚ ਵੀਰ ਕਹਿੰਦੇ ਉੱਥੇ ਪ੍ਰੋਗਰਾਮ ਰੱਖ ਲਿਆ, ਸਾਨੂੰ ਮੈਸੇਜ ਆ ਗਿਆ ਕਿ ਚਾਹ ਦਾ ਜੱਗ ਦੇ ਦਿਓ। ਚਾਹ ਦਾ ਜੱਗ ਲੈ ਕੇ ਗਲਾਸ ਉਹਨਾਂ ਨੇ ਉੱਥੇ ਤੋਰਤੇ ਨਾ ਜੀ, ਘਰੇ ਬਹਿ ਕੇ ਪੀ ਲੈਣੇ, ਬਾਹਰ ਤਾਂ ਚਪੀਂਦੇ ਚੰਗੇ ਨਹੀਂ ਲੱਗਦੇ, ਘਰੇ ਆ ਗਿਆ ਉਹਨੂੰ ਦੀ ਫੋਟੋ ਪਾ ਦਿਓ। ਸੋ ਵਾਟ ਇਜ਼ ਦਿਸ? ਤਾਂ ਇੱਦਾਂ ਲੋਕੀ ਮੂਰਖ ਨਹੀਂ ਪਾਉਂਦੇ। ਕੀ ਲੱਗਦਾ ਕਿੰਨੀ ਵੋਟ ਪੈ ਜੂਗੀ ਕਾਂਗਰਸ ਨੂੰ ਐਤਕੀ, ਜਾਂ ਕਿੰਨੀ ਲੀਡ ਦੇ ਨਾਲ ਜਿੱਤੋਗੇ? ਉਹ ਤਾਂ ਤੁਸੀਂ ਸੱਥਾਂ ਵਿੱਚ ਆ ਕੇ ਪੁੱਛੋ। ਅਸੀਂ ਪੁੱਛ ਰਹੇ ਹਾਂ। ਅੱਜ ਹੀ ਤੁਹਾਡੇ ਇੱਕ ਸਰਪੰਚ ਦਾ ਮੈਨੂੰ ਫੋਨ ਆ ਗਿਆ, ਕਹਿੰਦੇ ਤੁਸੀਂ ਧੱਕੇ ਨਾਲ ਕਹਾ ਰਹੇ ਹੋ। ਕਿਤੋਂ? ਲੋਕਾਂ ਤੋਂ। ਕੀ? ਵੀ ਉਹ ਝਾੜੂ ਨੂੰ ਸਪੋਰਟ ਕਰਦੇ ਆ, ਲੱਖੇ ਸਿੰਘ ਸਧਾਣੇ ਨੂੰ ਸਪੋਰਟ ਕਰਦੇ ਆ। ਜਸਟ 1 ਘੰਟਾ ਪਹਿਲਾਂ ਹੀ ਮੈਨੂੰ ਇੱਕ ਸਰਪੰਚ ਦੀ ਤੁਹਾਡੇ ਦੀ ਫੋਨ ਕਾਲ ਆਉਂਦੀ ਆ, ਸਾਡੇ ਕੋਲ ਰਿਕਾਰਡਿੰਗ ਵੀ ਆ। ਉਹ ਕਹਿੰਦੇ ਵੀ ਅਸੀਂ ਪਿੰਡ ਦੇ ਵਿੱਚ 2 ਕਰੋੜ ਲਾਇਆਗਾ, ਪਰ ਉਹ ਤਾਂ ਲੋਕਾਂ ਨੇ ਦੱਸਣਾ। ਉਹ ਕਹਿੰਦੇ ਵੀ ਤੁਸੀਂ ਲੋਕਾਂ ਤੋਂ ਧੱਕੇ ਨਾਲ ਕਹਾ ਰਹੇ ਹੋ, ਤੁਹਾਡੇ ਸਰਪੰਚ ਤਾਂ ਸਾਡੇ ਤੇ ਐਲੀਗੇਸ਼ਨ ਲਾ ਰਹੇ ਨੇ। ਅਸੀਂ ਤਾਂ ਪੁੱਛ ਰਹੇ ਹਾਂ, ਕੱਲ ਹੀ ਸਰਵੇਖਣ ਕਰਿਆਗਾ। ਤੁਹਾਨੂੰ ਨਹੀਂ ਲੱਗਦਾ ਵੀ ਇਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ? ਪਾਰਟੀ ਦਾ ਅਕਸ ਵੀ ਖਰਾਬ ਹੁੰਦਾ ਕਿਤੇ ਨਾ ਕਿਤੇ।
ਨਹੀਂ ਤਾਂ ਫਿਰ ਸਰਪੰਚ ਨੇ ਤੁਹਾਨੂੰ ਇਹ ਕਿਹਾ ਕਿ ਤੁਸੀਂ ਕਿਤੇ ਨਾ ਕਿਤੇ ਇੱਕ ਪਾਸੇ ਹੁਰੇ ਹੋਗੇ, ਤੁਸੀਂ ਦੂਸਰੇ ਦੀ ਇੱਕ ਟਾਈਪ ਇੱਕ ਲਾਈਕ ਇੱਕ ਕੈਂਡੀਡੇਟ ਦੀ ਇੰਟਰਵਿਊ ਦਿਖਾਉਂਦੇ ਰਹੋਗੇ ਜਾਂ ਇੱਕ ਕੈਂਡੀਡੇਟ ਲਈ ਤੁਸੀਂ ਆਪਣੇ ਉਹਨਾਂ ਕੋਲੋਂ ਕਹਾਉਂਦੇ ਹੋ। ਮੇਬੀ ਕਿ ਤੁਹਾਡੇ ਵਿੱਚ ਫਾਲਟ ਹੋਵੇ। ਸਾਡਾ ਸਰਪੰਚ ਬਹੁਤ ਤੁਸੀਂ ਵੀ ਸਾਡੇ 'ਚ ਫਾਲਟ ਕੱਢੀ ਜਿੰਨੇ ਲੋਕ ਹੁਣ ਸੱਥ ਦੇ ਵਿੱਚ ਬੈਠੇ ਹੁਣ ਸਾਨੂੰ ਤਾਂ ਪਤਾ ਹੀ ਨਹੀਂ ਵੀ ਉਹ ਕੌਣ ਨੇ, ਕਿਹੜੀ ਪਾਰਟੀ ਦੇ। ਸਾਡੇ ਸਰਪੰਚ ਜਿਹਨੇ ਫੋਨ ਕੀਤਾ ਮੈਂ ਸਮਝ ਕੇ ਕਿਹਨੇ ਕੀਤਾ ਹੋਣਾ, ਸੋ ਬਹੁਤ ਸਮਝਦਾਰ ਨੇ ਉਹ। ਤੇ ਬਾਕੀ ਹੁਣ ਮੈਂ ਤਾਂ ਇਹ ਕਹੂੰਗੀ ਸਾਡੇ ਆਫ ਕੋਰਸ ਸਾਡੇ ਵਰਕਰ ਵੀ ਕਹਿਣਗੇ ਕਿ ਅਸੀਂ ਜਿੱਤਣਾ ਆ, ਬਸ ਆਈ ਨੋ ਕਿ ਮੇਰੀ ਜਿੱਤ। ਬਾਂਸਲ ਜੀ, ਤੁਹਾਨੂੰ ਇਹ ਵੀ ਲੱਗਦਾਗਾ ਵੀ ਕਿਤੇ ਨਾ ਕਿਤੇ ਜਿਹੜੇ ਕੰਮ ਹੁੰਦੇ ਆ ਗਰਾਊਂਡ ਤੇ ਉਹ ਵੀ ਲੋਕ ਆਪਦੇ ਮੂੰਹੋਂ ਦੱਸਦੇ ਆ, ਲੋਕ ਚੰਗਾ ਵੀ ਦੱਸਦੇ ਆ, ਲੋਕ ਮਾੜਾ ਵੀ ਦੱਸਦੇ, ਇਹ ਤਾਂ ਤੁਸੀਂ ਮੰਨਦੇ ਹੋ? ਬਿਲਕੁਲ ਠੀਕ ਆ, ਉਹ ਤਾਂ ਲੋਕਾਂ ਨੂੰ ਦੱਸਣਾ ਚਾਹੀਦਾ। ਬਿਲਕੁਲ ਹਾਂ, ਬਿਲਕੁਲ ਦੱਸਣਾ ਚਾਹੀਦਾ। ਤਾਂ ਕਈ ਵਾਰੀ ਇਹ ਹੁੰਦਾ ਕਿ ਆਪਾਂ ਸੋਚ ਕੇ ਬਸ ਰੈਂਡਮਲੀ ਨਹੀਂ ਨਾ ਜਾਂਦੇ, ਤੇ ਜੇ ਹੁਣ ਕਿਸੇ ਕੋਲ ਅਸੀਂ ਤਾਂ ਰੈਂਡਮਲੀ ਜਾ ਰਹੇ ਹਾਂ ਸਾਰਿਆਂ ਕੋਲ, ਤੇ ਕੋਈ ਗੱਲ ਨਹੀਂ, ਜਾਓ ਫਿਰ। ਹਲੇ 15 ਦਿਨ ਪਏ ਨੇ ਹਲੇ, ਸੋ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਪਰ ਅਸੀਂ ਗਲਤ ਹੋ ਸਕਦੇ ਹਾਂ, ਤੁਹਾਡੇ ਬੰਦੇ ਨਹੀਂ ਗਲਤ ਹੋਣਗੇ। ਨਹੀਂ ਤੁਸੀਂ ਵੀ ਠੀਕ ਹੋ ਸਕਦੇ ਹੋ, ਬਟ ਚਲੋ ਉਹ ਵੀ ਠੀਕ ਨੇ, ਤਾਂ ਕਿਤੇ ਨਾ ਕਿਤੇ ਮਿਸ ਅੰਡਰਸਟੈਂਡਿੰਗ ਹੋ ਸਕਦੀ ਹੈ, ਬਟ ਇਹ ਗੱਲ ਹੈਗੀ ਹੈ ਕਿ ਜਿੱਤ ਯਕੀਨੀ ਆ। ਕਿੰਨੀਆਂ ਸੀਟਾਂ ਦੇ ਰਹੇ ਹੋ ਕਾਂਗਰਸ ਨੂੰ? ਮੈਂ ਤੁਹਾਨੂੰ ਹੀ ਪੁੱਛਦੀ ਹਾਂ ਕਿੰਨੀਆਂ ਦੇ ਰਹੇ ਹੋ ਤੁਸੀਂ? ਤੁਹਾਡਾ ਸਰਵੇ ਕੀ ਕਹਿ ਰਿਹਾ? ਤੁਸੀਂ ਦੱਸੋ, ਤੁਹਾਡਾ ਸਰਵੇ ਕੀ ਕਹਿ ਰਿਹਾ ਹੈਗਾ? ਮੇਰਾ ਤਾਂ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣੂਗੀ। ਮੈਂ ਨਹੀਂ ਕਹਿ ਸਕਦੀ ਕਿੰਨੇ ਤੇ ਬਣੂਗੀ, ਬਟ ਬਣੂਗੀ। ਸੁਖਬੀਰ ਬਾਦਲ ਕਹਿੰਦੇ ਅਸੀਂ 80 ਲੈ ਜਾਾਂਗੇ, ਆਮ ਆਦਮੀ ਪਾਰਟੀ ਕਹਿੰਦੇ ਅਸੀਂ 80 ਲੈ ਜਾਾਂਗੇ। ਤਾਂ ਆਮ ਆਦਮੀ ਪਾਰਟੀ ਦਾ ਪਿਛਲੀ ਵਾਰ 100 ਜਾਈ ਜਾਂਦੀ ਸੀਗੀ, ਤਾਂ ਕਿੱਥੇ ਗਏ 20 ਆਈਆਂ ਸੀ, ਤੇ ਹੁਣ ਫਿਰ 50। ਹੁਣ ਜੇ 50 ਕਹਿੰਦੇ ਤੇ 50 ਦੇ ਵਿੱਚ 10 ਆਉਣਗੀਆਂ, 10 ਦੇ ਵਿੱਚ ਫਿਰ ਝੋਲਾ ਚੱਕ ਕੇ 6 ਇੱਧਰ ਨੂੰ ਆ ਜਾਣਗੇ। ਸੁਖਬੀਰ ਬਾਦਲ ਤਾਂ ਉਦੋਂ ਵੀ ਕਹਿੰਦਾ ਸੀ ਕਿ ਅਸੀਂ ਸਰਕਾਰ ਬਣਾਵਾਂਗੇ, ਸੋ ਕਹਿਣਾ ਹੀ ਹੁੰਦਾ। ਹੁਣ ਅਗਲਾ ਮੈਦਾਨ ਵਿੱਚ ਆਇਆ ਤੇ ਕੋਈ ਮੈਦਾਨ ਦੇ ਵਿੱਚ 2 ਲੜਨ ਲਈ ਆਇਆ, ਤਾਂ ਕੌਣ ਕਹੂਗਾ ਮੈਂ ਹਾਰ ਕੇ ਜਾਊਂਗਾ ਜੀ? ਉਹ ਤਾਂ ਕੌਰਵ ਪਾਂਡਾ ਵੇਲੇ ਸੀਗਾ, ਉਦੋਂ ਵੀ ਉਹ ਕਿਹੜਾ ਕਹਿੰਦੇ ਸੀ ਕਿ ਇੱਕ ਹਾਰ ਗਿਆ ਇੱਕ ਜਿੱਤ ਗਿਆ, ਉਹ ਦੋਨੋਂ ਕਹਿੰਦੇ ਜਿੱਤਣ ਲਈ ਆਏ ਸੀ। ਤਾਂ ਜਿੱਤਣ ਲਈ ਲਿਆਉਂਦਾ ਹਰ ਕੋਈ, ਸੋ ਤਾਂ ਜਿੱਤਣਾ ਹੈ ਕਿ ਲੋਕਾਂ ਨੇ ਫਤਵਾ ਦੇਣਾ। ਸੋ ਕਿਉਂ ਕੌਣ ਕਹੂਗਾ ਕਿ ਮੈਂ ਹਾਰੂੰਗਾ? ਇੱਕ ਸਵਾਲ ਹੋਰ ਲੈਣਾ ਚਾਹੂੰਗਾ, ਬੜਾ ਇੰਡੀਪੈਂਡੈਂਟ ਤੁਸੀਂ ਅੱਜ ਇੱਥੇ ਰਾਮਪੁਰੇ ਪਿੰਡ ਦੇ ਵਿੱਚ ਬੈਠੇ ਹੋ, ਬੜਾ ਇੱਥੋਂ ਹੀ ਹਲਕਾ ਸ਼ੁਰੂ ਹੁੰਦਾਗਾ, ਇੱਕ ਬੜਾ ਹੋਰ ਵੀ ਸਵਾਲ ਆ, ਨਕਈ ਸਾਹਿਬ ਕਿਹਦੀ ਸਪੋਰਟ ਕਰ ਰਹੇ ਨੇ? ਆਫ ਕੋਰਸ ਬੀਜੇਪੀ ਦੀ ਕਰਨਗੇ। ਪਰ ਲੋਕਾਂ ਦੇ ਵਿੱਚ ਤਾਂ ਇਹ ਵੀ ਚਰਚਾ ਗਈ ਵੀ ਉਹਨਾਂ ਦੀ ਬਾਂਸਲ ਸਾਹਿਬ ਨਾਲ ਬੜੀ ਨੇੜਤਾ, ਵੀ ਕੁਝ ਵੀ ਹੋ ਸਕਦਾ ਇੱਥੇ। ਤਾਂ ਉਹ ਤਾਂ ਫਿਰ ਕਿਆਸ ਰਾਈਆਂ ਨੇ ਨਾ। ਮੈਂ ਤਾਂ ਕਿਆਸ ਰਾਈਆਂ ਦੇ ਵਿੱਚ ਤਾਂ ਮੈਂ ਤਾਂ ਇਹ ਵੀ ਸੁਣਿਆ ਕਿ ਉਹਨਾਂ ਨੇ ਉਹਦੀ ਮਦਦ ਕੀਤੀ ਆ, ਲਖਿਸਤਾਨੇ ਦੀ ਮਦਦ ਕੀਤੀ ਆ, ਉਹਦੀ ਮਦਦ ਕੀਤੀ ਆ, ਸੋ ਤਾਂ ਲੋਕੀ ਕਹਿੰਦੇ ਆ। ਤਾਂ ਬਟ ਉਹ ਬੀਜੇਪੀ ਦੇ ਵਿੱਚ ਉਹਨਾਂ ਨੇ ਜੁਆਇਨ ਕੀਤਾ, ਤਾਂ ਆਫ ਕੋਰਸ ਬੀਜੇਪੀ ਦੀ ਜੇ ਮਦਦ ਕਰਨਗੇ ਜੀ, ਹੈ ਨਾ। ਉਹ ਤੇ ਮਨ ਲੋਕਾਂ ਦਾ ਹੈਗਾ ਕਿਆਸ ਰਾਈਆਂ, ਕੁਝ ਵੀ ਲਾਈ ਜਾਓ, ਬੈਠੇ ਸੋਚੀ ਜਾਓ ਤਾਂ ਕੁਝ ਨਾ ਕੁਝ ਦਿਮਾਗ ਵਿੱਚ ਆਊਗਾ ਨਾ। ਫੈਕਟਸ ਤੇ ਗੱਲ ਕਰਨੀ ਚਾਹੀਦੀ ਹੈ। ਜਾਂਦੇ ਜਾਂਦੇ ਮੈਂ 2-3 ਲੀਡਰਾਂ ਦਾ ਨਾਮ ਲਵਾਂ, ਮੈਂ ਚਾਹੂੰਗਾ ਵੀ ਤੁਸੀਂ ਇੱਕ ਇੱਕ ਸ਼ਬਦ 'ਚ ਉਹਨਾਂ ਬਾਰੇ ਕੀ ਸੋਚਦੇ ਹੋ ਉਹ ਜ਼ਰੂਰ ਦੱਸੋ। ਪ੍ਰਕਾਸ਼ ਸਿੰਘ ਬਾਦਲ, ਮੇਰੇ ਕੋਲ ਘਰ ਬੈਠ ਜਾਣਾ ਚਾਹੀਦਾ, ਬਹੁਤ ਹੋ ਗਿਆ ਹੁਣ। ਵਿਕਰਮ ਮਜੀਠੀਆ, ਚਿੱਟੇ ਤੇ ਸੌਦਾਗਰ ਨੇ ਬਰਬਾਦ ਕੀਤਾ। ਭਗਵੰਤ ਮਾਨ, ਗੱਪੀ ਗੱਲਾਂ ਦੇ। ਲੱਖਾ ਸਿੰਘ ਸਿਧਾਣਾ, ਤੁਹਾਨੂੰ ਪਤਾ ਕੀ ਹੈਗਾ ਉਹ, ਹੈ ਨਾ, ਕੀ ਸੇਧ ਦੇ ਸਕਦਾ ਹੈ ਚੰਗੇ ਸਮਾਜ ਨੂੰ। ਨਵਜੋਤ ਸਿੰਘ ਸਿੱਧੂ, ਫੈਕਟਸ ਦੀ ਗੱਲ ਕਰਦੇ ਨੇ ਜੀ। ਮੈਮ ਸਮਾਂ ਦਿੱਤਾ, ਧੰਨਵਾਦ। ਥੈਂਕ ਯੂ। ਸੋ ਇਹ ਸੀ ਕਾਂਗਰਸ ਦੇ ਕੈਂਡੀਡੇਟ। ਜਲਦੀ ਹੀ ਮਿਲਾਂਗੇ ਕਿਸੇ ਹੋਰ ਉਮੀਦਵਾਰ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ।